ਧਰਮ ਦੀ ਦੁਨੀਆ ਦੇ ਵਿੱਚ ਮਨੁੱਖ ਧਰਮ ਕਰਮ ਕਰਦਾ ਹੈ ਕਿ ਉਸ ਨੂੰ ਫਲ ਦੀ ਪ੍ਰਾਪਤੀ ਹੋਏ। ਇਸੇ ਲਈ ਮਨੁੱਖ ਨੇ ਧਰਮ ਦੀ ਦੁਨੀਆ ਦੇ ਉੱਪਰ ਧਰਮ ਕਰਮ ਕੀਤੇ ਨੇ ਕਿ ਇਹਨੂੰ ਅਰਥ ਧਰਮ ਕਾਮ ਔਰ ਮੋਕਸ਼ ਦੀ ਪ੍ਰਾਪਤੀ ਹੋਏ। ਭਾਵ ਕਿ ਧਰਮ ਕਰਮ ਕਰਕੇ ਮਨੁੱਖ ਦੇ ਹਿਰਦੇ ਅੰਦਰ ਫਲ ਦੀ ਇੱਛਾ ਹੈ, ਫਲ ਦੀ ਆਸ ਰੱਖਦਾ ਹੈ। ਔਰ ਸਾਧ ਸੰਗਤ ਫਲ ਵੀ ਦੋ ਤਰ੍ਹਾਂ ਦੇ ਨੇ। ਇੱਕ ਉਹ ਫਲ ਨੇ ਜੋ ਦਰਖਤਾਂ ਦੇ ਨਾਲ ਲੱਗਦੇ ਜ਼ਰੂਰ ਨੇ, ਪਰ ਉਹਨਾਂ ਦੀ ਸੰਸਾਰ ਦੇ ਵਿੱਚ ਬਹੁਤੀ ਕੀਮਤ ਨਹੀਂ ਹੁੰਦੀ। ਉਹਨਾਂ ਦਰਖਤਾਂ ਦੇ ਨਾਲ ਲੱਗੇ ਹੋਏ ਫਲਾਂ ਨੂੰ ਕਈ ਵਾਰ ਕੋਈ ਸਾਂਭਦਾ ਹੀ ਨਹੀਂ। ਉਹ ਫਲ ਜ਼ਮੀਨ ਦੇ ਉੱਪਰ ਜਦੋਂ ਡਿੱਗ ਪੈਣ ਤਾਂ ਵੀ ਉਹਨਾਂ ਨੂੰ ਕੋਈ ਬਹੁਤੀ ਕੀਮਤ ਨਹੀਂ ਮਿਲਦੀ। ਜੇ ਬਾਜ਼ਾਰਾਂ ਦੇ ਅੰਦਰ ਉਹਨਾਂ ਨੂੰ ਕੋਈ ਲੈ ਕੇ ਵੇਚਣ ਚਲਾ ਜਾਏ ਤਾਂ ਵੀ ਉਹਨਾਂ ਦੀ ਕੋਈ ਕਦਰ, ਉਹਨਾਂ ਦੀ ਕੀਮਤ ਬਹੁਤੀ ਨਹੀਂ ਪੈਂਦੀ, ਥੋੜ੍ਹੀ ਕੀਮਤ ਹੈ ਉਹ ਵੀ ਫਲ ਨੇ। ਪਰ ਦੂਸਰੇ ਪਾਸੇ ਉਹ ਫਲ ਨੇ ਜਿਨ੍ਹਾਂ ਦੀ ਸੰਸਾਰ ਦੇ ਅੰਦਰ ਕੀਮਤ ਵੀ ਹੈ। ਬਾਜ਼ਾਰਾਂ ਦੇ ਵਿੱਚ ਉਹਨਾਂ ਦੇ ਖਰੀਦਦਾਰ ਵੀ ਨੇ, ਲੋਕੀ ਉਹਨਾਂ ਨੂੰ ਖਰੀਦ ਕੇ ਲੈ ਕੇ ਜਾਂਦੇ ਨੇ। ਇਸੇ ਤਰ੍ਹਾਂ ਧਰਮ ਦੇ ਅੰਦਰ ਵੀ ਮਨੁੱਖ ਨੇ ਧਰਮ ਕਰਮ ਤੇ ਕੀਤੇ, ਪਰ ਉਹਨਾਂ ਕੀਤੇ ਹੋਏ ਕਰਮਾਂ ਦੀ ਫਲ ਦੀ ਕਿਤਨੀ ਕੀਮਤ ਪਈ। ਗੁਰਦੇਵ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਮਹਾਰਾਜ ਆਖਦੇ ਨੇ ਕਿ ਜੀਵ ਨੇ ਸੰਸਾਰ ਦੇ ਵਿੱਚ ਧਰਮ ਕਰਮ ਤਾਂ ਕੀਤੇ, ਪਰ ਉਹਨਾਂ ਧਰਮਾਂ ਕਰਮਾਂ ਦੀ ਫਲ ਦੀ ਕੀਮਤ ਕਿਤਨੀ ਪਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਪਜੀ ਸਾਹਿਬ ਦੀ ਬਾਣੀ ਅੰਦਰ ਆਖਦੇ ਨੇ ਕਿ ਤੀਰਥ ਤਪ ਦਇਆ ਦਤ ਦਾਨ। ਤੀਰਥ ਤੋਂ ਭਾਵ ਤੀਰਥਾਂ ਦੇ ਉੱਪਰ ਜਾਣਾ, ਤੀਰਥਾਂ ਦਾ ਰਟਨ ਕਰਨਾ। ਤੀਰਥ ਤਪ ਤੋਂ ਭਾਵ ਹੈ ਤਪ ਆਦਿ ਕਰਨੇ, ਧੂਣੀਆਂ ਤੁਖਾਣੀਆਂ। ਦਤ ਦਾਨ ਤੇ ਦਾਨ ਪੁੰਨ ਕਰਨਾ, ਜੇ ਕੋ ਪਾਵੇ ਤਿਲ ਕਾ ਮਾਨ। ਪਰ ਜੇ ਇਹਨਾਂ ਦੇ ਬਰਾਬਰ ਕੋਈ ਪ੍ਰਾਪਤ ਕਰਦਾ ਹੈ, ਇਹਨਾਂ ਨੂੰ ਕਰਕੇ ਜੇ ਕੋਈ ਪ੍ਰਾਪਤ ਕਰਦਾ ਹੈ ਤੇ ਤਿਲ ਮਾਤਰ ਮਾਣ ਪ੍ਰਾਪਤ ਕਰਦਾ ਹੈ। ਇੰਝ ਕਹਿ ਰਵਾਂ ਕਿ ਤਿਲ ਮਾਤਰ ਫਲ ਉਹਨੂੰ ਪ੍ਰਾਪਤ ਹੁੰਦਾ ਹੈ। ਧਰਮ ਕਰਮ ਤੇ ਕੀਤੇ ਨੇ ਪਰ ਫਲ ਉਤਨਾ ਨਹੀਂ ਮਿਲਿਆ। ਪਰ ਗੁਰਦੇਵ ਪਾਤਸ਼ਾਹ ਫਿਰ ਅੱਗੇ ਆਖਦੇ ਨੇ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਪਰ ਜਿਹੜੇ ਮਾਲਕ ਦੇ ਸਿਫਤ ਸਲਾਹ ਦੇ ਨਾਲ, ਰੱਬੀ ਗੁਣਾਂ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਸੁਣਿਆ ਹੈ, ਮੰਨਿਆ, ਮਨ ਕੀਤਾ ਭਾਉ ਤੇ ਮਨ ਭਾਵਨਾ ਦੇ ਨਾਲ ਉਹ ਮਾਲਕ ਦੇ ਚਰਨਾਂ ਦੇ ਨਾਲ ਜੁੜੇ ਨੇ। ਪਾਤਸ਼ਾਹ ਆਖਦੇ ਨੇ ਕਿ ਅੰਤਰਗਤ ਤੀਰਥ ਮਲ ਨਹਾਓ। ਫਿਰ ਉਹ ਅੰਤਰ ਆਤਮੇ ਇਸ਼ਨਾਨ ਕਰਕੇ ਪਵਿੱਤਰ ਹੋ ਗਏ ਨੇ। ਗੁਰਦੇਵ ਪਾਤਸ਼ਾਹ ਨੇ ਪਹਿਲੀ ਗੱਲ ਕੀਤੀ, ਆਖਣ ਲੱਗੇ ਸੰਸਾਰ ਦੇ ਵਿੱਚ ਧਰਮ ਕਰਮ ਤੇ ਕੀਤੇ ਹੋਏ, ਮਿੱਥੇ ਹੋਏ ਕਰਮ ਤੇ ਕੀਤੇ, ਪਰ ਉਹਨਾਂ ਦਾ ਫਲ ਜੀਵ ਨੂੰ ਉਤਨਾ ਪ੍ਰਾਪਤ ਨਹੀਂ ਹੋਇਆ। ਜਿਵੇਂ ਜੀਵ ਨੇ ਸੰਸਾਰ ਦੇ ਵਿੱਚ ਤੀਰਥਾਂ ਦਾ ਰਟਨ ਕੀਤਾ, ਪਰ ਤੀਰਥਾਂ ਦੇ ਪਿੱਛੇ ਵੀ ਜੋ ਮੰਗ ਸੀ ਉਹ ਆਪਣੀ ਦੁਨਿਆਵੀ ਮੰਗ ਸੀ। ਕਿਸੇ ਕਾਮਨਾ ਦੇ ਅਧੀਨ ਹੋ ਕੇ ਉਹ ਤੀਰਥਾਂ ਦੀ ਯਾਤਰਾ ਦੇ ਉੱਪਰ ਗਿਆ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੂੰ ਜਦੋਂ ਪੁੱਛਦੇ ਹਾਂ, ਗੁਰਦੇਵ ਪਾਤਸ਼ਾਹ ਤੀਰਥਾਂ ਦੇ ਬਾਰੇ ਆਪ ਦਾ ਕੀ ਹੁਕਮ ਹੈ, ਤੇ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਤੀਰਥ ਨਾਵਾਂ ਜੇ ਤਿਸ ਭਾਵਾਂ। ਮੈਂ ਤੀਰਥਾਂ ਦੇ ਉੱਪਰ ਨਾਵਾਂ, ਜਾ ਕੇ ਇਸ਼ਨਾਨ ਕਰਾਂ, ਜੇ ਤਿਸ ਭਾਵਾਂ, ਜੇ ਮੇਰਾ ਉਹ ਨਹਾਣਾ ਮਾਲਕ ਨੂੰ ਪਰਮਾਤਮਾ ਨੂੰ ਚੰਗਾ ਲੱਗੇ, ਵਿਣ ਭਾਣੇ ਕੇ ਨਹਾਈ ਕਰੀ। ਜੇ ਮੇਰਾ ਉਹ ਧਰਮ ਕਰਮ ਮੇਰੇ ਮਾਲਕ ਨੂੰ ਹੀ ਨਾ ਚੰਗਾ ਲੱਗਿਆ ਤੇ ਉਹ ਮੇਰਾ ਕੀਤਾ ਹੋਇਆ ਤੀਰਥਾਂ ਦਾ ਰਟਨ ਕਿਸ ਕੰਮ ਦਾ ਹੈ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਮਿੱਥੇ ਹੋਏ ਕਰਮ ਜੀਵ ਸੰਸਾਰ ਦੇ ਵਿੱਚ ਬਹੁਤੇ ਕਰਦਾ ਹੈ ਫਲ ਦੀ ਇੱਛਾ ਕਰਕੇ, ਪਰ ਕੀ ਉਹ ਕੀਤੇ ਹੋਏ ਕਰਮਾਂ ਦੇ ਨਾਲ ਉਹਨੂੰ ਫਲ ਮਿਲਿਆ? ਕਿਉਂਕਿ ਗੁਰਦੇਵ ਆਖਦੇ ਨੇ ਕਿ ਤੀਰ ਤਪ ਦਇਆ ਦਾ ਜਾਂ ਜੇ ਕੋ ਪਾਵੇ ਤਿਲ ਕਾ ਮਾਨ। ਤਿਲ ਮਾਤਰ ਮਾਣ ਪ੍ਰਾਪਤ ਹੋਇਆ, ਤਿਲ ਮਾਤਰ ਉਹਨੂੰ ਵਡਿਆਈ ਮਿਲੀ, ਤਿਲ ਮਾਤਰ ਉਹਨੂੰ ਫਲ ਮਿਲਿਆ। ਗੁਰਦੇਵ ਪਾਤਸ਼ਾਹ ਤਰਸ ਦੇ ਘਰ ਦੇ ਵਿੱਚ ਆਏ। ਮਹਾਰਾਜ ਆਖਦੇ ਕਿ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਆਹੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ ਹਾਰ, ਪਰਿਓ ਸੁਆਮੀ ਕੇ ਦੁਆਰੇ
ਦੀਜੈ ਬੁੱਧ ਵਿਵੇਕਾ। ਗੁਰਦੇਵ ਆਖਦੇ ਨੇ ਕਿ ਮਿੱਥੇ ਹੋਏ ਉਹ ਪਾਠ ਪੜ੍ਹ ਕੀਤੇ ਮੈਂ, ਅਰ ਵੇਦ ਵਿਚਾਰੇ ਨਿਉਲੀ ਕਰਮ ਕੀਤੇ। ਨਿਉਲੀ ਕਰਮ ਤੋਂ ਭਾਵ ਕਿ ਹਵਾ ਦੇ ਆਸਰੇ ਪੇਟ ਨੂੰ ਕਮਾਣਾ, ਉਹ ਨਿਉਲੀ ਕਰਮ ਹੁੰਦੇ ਨੇ। ਮਹਾਰਾਜ ਆਖਦੇ ਨੇ ਕਿ ਪੰਜ ਜਨਾਂ ਸਿਉ ਸੰਗ ਨਾ ਛੁਟਕਿਓ, ਅਧਿਕ ਆਹੰਗ ਬੁੱਧ ਬਾਤੇ। ਪਰ ਇਹਨਾਂ ਕਰਮਾਂ ਦੇ ਨਾਲ ਵੀ, ਪੰਜਾਂ ਦੇ ਨਾਲ ਮੇਰਾ ਸੰਗ ਨਹੀਂ ਛੁਟਕੇ ਆ, ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਇੱਥੋਂ ਤੱਕ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਮੌਨ ਭਇਓ ਕਰਪਾਤੀ ਰਹਿਓ, ਕਿ ਮੌਨ ਹੋ ਗਿਆ, ਚੁੱਪ ਹੋ ਗਿਆ, ਜ਼ਬਾਨ ਤੋਂ ਕੁਝ ਬੋਲਿਆ ਨਹੀਂ। ਨਗਨ ਫਿਰਿਓ ਬਨਮਾਹੀ, ਜੰਗਲਾਂ ਦੇ ਵਿੱਚ ਨਗਨ ਹੋ ਕੇ ਫਿਰਦਾ ਰਿਹਾ। ਪਰ ਗੁਰਦੇਵ ਆਖਦੇ ਨੇ ਕਿ ਤੱਠ ਤੀਰਥ ਸਭ ਧਰਤੀ ਭ੍ਰਮਿਓ, ਦੁਬਦਾ ਛੁਟਕੇ ਨਾਹੀ। ਇਹਨਾਂ ਕਰਮਾਂ ਦੇ ਨਾਲ ਅੰਦਰ ਦੀ ਦੁਬਦਾ ਦੂਰ ਨਹੀਂ ਹੋਈ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਬਾਹਰੀ ਤੌਰ ਤੇ ਮਿੱਥੇ ਹੋਏ ਮੈਂ ਕਰਮ ਕੀਤੇ, ਪਰ ਇਸ ਦੇ ਨਾਲ ਫਲ ਨਹੀਂ ਮਿਲਿਆ। ਪਰ ਦੂਸਰੇ ਪਾਸੇ ਗੁਰਦੇਵ ਆਖਦੇ ਨੇ ਕਿ ਜਿਵੇਂ ਸੰਸਾਰਿਕ ਤੌਰ ਦੇ ਉੱਪਰ ਇੱਕ ਫਲ ਉਹ ਨੇ ਜਿਨ੍ਹਾਂ ਦੀ ਸੰਸਾਰ ਦੇ ਵਿੱਚ ਬਹੁਤੀ ਕੋਈ ਕੀਮਤ ਨਹੀਂ, ਪਰ ਦੂਸਰੇ ਪਾਸੇ ਉਹ ਵੀ ਫਲ ਨੇ ਜਿਨ੍ਹਾਂ ਦੇ ਖਰੀਦਦਾਰ ਵੀ ਬਹੁਤ ਨੇ, ਔਰ ਉਹਨਾਂ ਦੀ ਸੰਸਾਰ ਦੇ ਜਗਤ ਦੀ ਕੀਮਤ ਵੀ ਹੈ। ਉਹ ਹੈ ਅਮੁੱਲ ਗੁਣ, ਅਮੁੱਲ ਵਪਾਰ। ਮਾਲਕ ਦੇ ਅਮੁੱਲ ਹੀ ਗੁਣ, ਜਿਨ੍ਹਾਂ ਗੁਣਾਂ ਨੂੰ ਮੁੱਲ ਦੇ ਕੇ ਨਹੀਂ ਖਰੀਦਿਆ ਜਾ ਸਕਦਾ। ਅਮੁੱਲ ਗੁਣ, ਅਮੁੱਲ ਵਪਾਰ, ਉਹਨਾਂ ਦੇ ਵਪਾਰ ਕਰਨ ਵਾਲੇ ਪਾਤਸ਼ਾਹ ਕਹਿੰਦੇ ਨੇ ਕਿ ਅਮੁੱਲ ਨੇ, ਅਮੁੱਲ ਵਪਾਰੀਏ ਨੇ, ਭਾਵ ਕਿ ਉਹ ਮਾਲਕ ਦੇ ਨਾਮ ਰੂਪੀ ਧਨ ਨੂੰ ਵਿਹਾਂਜਦੇ ਨੇ, ਜਿਸ ਨੂੰ ਗੁਰਦੇਵ ਪਾਤਸ਼ਾਹ ਬਾਣੀ ਅੰਦਰ ਆਖਦੇ ਨੇ ਕਿ ਭਾਈ ਰੇ ਰਾਮ ਕੋਹ ਚਿਤ ਲਾਏ। ਹੇ ਭਾਈ, ਪਰਮਾਤਮਾ ਦੇ ਨਾਮ ਨੂੰ ਚਿਤ ਲਾ ਕੇ ਜਪਿਆ ਕਰ। ਹਰ ਜਸ ਵਖਰ ਲਹਿ ਚਲੋ ਸੋਹ ਦੇਖੈ ਪਤੀ ਆਏ, ਕਿ ਹਰੀ ਦਾ ਨਾਮ ਰੂਪੀ ਵਖਰ ਜਿਹੜਾ ਹੈ, ਇਹ ਜੋ ਸੌਦਾ ਹੈ, ਇਹੀ ਨਾਲ ਨਿਭਣ ਵਾਲਾ ਉਹ ਫਲ ਹੈ। ਇਸ ਫਲ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਦਿਨ ਰਾਤੀ ਆਰਾਧੋ ਪਿਆਰੋ, ਨਿਮਕ ਨਾ ਕੀਜੈ ਢੀਲਾ। ਰਾਤ ਦਿਨ ਮਾਲਕ ਦੇ ਗੁਣਾਂ ਨੂੰ ਆਰਾਧਿਆ ਕਰ, ਰਾਤ ਦਿਨ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਕਰ। ਪਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਪੁੱਛਦੇ ਹਾਂ ਤੇ ਉਹ ਆਖਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ। ਕਿ ਮਾਲਕ ਦੇ ਨਾਮ ਨੂੰ ਆਖਦੇ ਹਾਂ ਤਾਂ ਆਤਮਿਕ ਜੀਵਨ ਹੈ। ਜੇ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਰੱਬੀ ਯਾਦ ਹਿਰਦੇ ਦੇ ਚੋਂ ਭੁੱਲ ਜਾਂਦੀ ਹੈ, ਰੱਬ ਦੇ ਗੁਣ ਭੁੱਲ ਜਾਂਦੇ ਨੇ, ਉਸ ਮਾਲਕ ਦੀਆਂ ਦਿੱਤੀਆਂ ਹੋਈਆਂ ਅਨਾਇਤਾਂ ਭੁੱਲ ਜਾਂਦੀਆਂ ਨੇ, ਰੱਬ ਦਾ ਸ਼ੁਕਰ ਜੀਵਨ ਦੇ ਵਿੱਚੋਂ ਮੁੱਕ ਜਾਂਦਾ ਹੈ, ਤੇ ਮਹਾਰਾਜ ਆਖਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਆਤਮਿਕ ਮੌਤ ਹੋ ਜਾਂਦੀ ਹੈ। ਹੁਣ ਆਖਣ ਦੀ ਗੱਲ ਜਦੋਂ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਆਖਾਂ ਜੀਵਾਂ, ਤੇ ਕੇਵਲ ਜ਼ਬਾਨ ਦੇ ਨਾਲ ਆਖਣ ਦੀ ਗੱਲ ਨਹੀਂ ਹੈ। ਮਹਾਰਾਜ ਆਖਦੇ ਨੇ ਕਿ ਆਖਣ ਤੋਂ ਤੇ ਜ਼ਬਾਨ ਤੋਂ ਤੇ ਬਹੁਤ ਹੀ ਲੋਕ ਆਖਦੇ ਨੇ, ਜਿਹਨੂੰ ਬਾਬਾ ਫਰੀਦ ਸਾਹਿਬ ਬਾਣੀ ਅੰਦਰ ਆਖਦੇ ਨੇ ਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਹੋ ਸਕਦਾ ਹੈ ਕਿ ਜ਼ਬਾਨ ਤੋਂ ਕੁਝ ਹੋਰ ਬੋਲਦੇ ਹੋਣ, ਮਨ ਦੇ ਅੰਦਰ ਕੁਝ ਹੋਰ ਹੋਏ। ਉਹਨਾਂ ਦਾ ਜੀਵਨ ਵੀ ਬਾਣੀ ਬਣ ਗਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬੜੇ ਪਿਆਰੇ ਬਚਨ ਨੇ। ਆਨੰਦ ਸਾਹਿਬ ਦੀ ਬਾਣੀ ਅੰਦਰ ਗੁਰਦੇਵ ਆਖਦੇ ਨੇ ਕਿ ਜੀਓ ਨਿਰਮਲ ਬਾਹਰੋਂ ਨਿਰਮਲ। ਗੁਰਦੇਵ ਆਖਦੇ ਨੇ ਕਿ ਉਹ ਅੰਦਰ ਤੋਂ ਵੀ, ਜੀ ਤੋਂ ਵੀ ਨਿਰਮਲ ਨੇ, ਔਰ ਬਾਹਰੋਂ ਜੀਵਨ ਤੌਰ ਦੇ ਉੱਪਰ ਵੀ ਨਿਰਮਲ ਨੇ। ਉਹ ਅੰਦਰੋਂ ਬਾਹਰੋਂ ਪਵਿੱਤਰ ਨੇ। ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਬਾਹਰੋਂ ਤਾਂ ਉਹਨਾਂ ਦੇ ਕਰਮ ਨਿਰਮਲ ਬਣੇ ਕਿਉਂਕਿ ਹਿਰਦਾ ਨਿਰਮਲ ਹੋ ਗਿਆ। ਜਿਨ੍ਹਾਂ ਦਾ ਹਿਰਦਾ ਨਿਰਮਲ ਹੈ, ਪਾਤਸ਼ਾਹ ਆਖਦੇ ਨੇ ਕਿ ਉਹਨਾਂ ਦੇ ਬਾਹਰ ਦੇ ਕਰਮ ਵੀ ਨਿਰਮਲ ਬਣ ਜਾਂਦੇ ਨੇ। ਕਿ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ। ਕਿਉਂ? ਸਤਿਗੁਰ ਤੇ ਕਰਨੀ ਕਮਾਣੀ। ਜਿਨ੍ਹਾਂ ਨੇ ਸਤਿਗੁਰ ਜੀ ਦੱਸੀ ਹੋਈ ਕਰਨੀ ਕੀਤੀ ਹੈ, ਸਤਿਗੁਰ ਦੱਸੀ ਹੋਈ ਸਿੱਖਿਆ ਨੂੰ ਜਿਨ੍ਹਾਂ ਨੇ ਕਮਾਇਆ ਹੈ, ਉਹਨਾਂ ਦਾ ਜੀਵਨ ਬਾਹਰੋਂ ਵੀ ਨਿਰਮਲ ਹੋ ਗਿਆ, ਉਹਨਾਂ ਦਾ ਜੀਵਨ ਅੰਦਰੋਂ ਵੀ ਨਿਰਮਲ ਹੋ ਗਿਆ। ਜਿਸ ਨੂੰ ਬਾਬਾ ਨਾਨਕ ਆਖਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਪਰਮਾਤਮਾ ਦੇ ਨਾਮ ਨੂੰ ਆਖਦੇ ਹਾਂ ਤਾਂ ਸਤਿਗੁਰ ਆਖਦੇ ਨੇ ਕਿ ਆਤਮਿਕ ਤੌਰ ਦੇ ਉੱਪਰ ਜਿੰਦਿਆਂ, ਕੇਵਲ ਜ਼ਬਾਨ ਤੋਂ ਆਖਣ ਦੀ ਗੱਲ ਨਹੀਂ ਹੈ। ਜਿਨ੍ਹਾਂ ਨੇ ਆਪਣੇ ਜੀਵਨ ਨੂੰ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਬਤੀਤ ਕੀਤਾ ਹੈ,
ਇਤਿਹਾਸ ਤੇ ਜ਼ਿਕਰ ਆਂਦਾ ਹੈ, ਮਨੂ ਦੀ ਜੇਲ੍ਹ ਜਿਸ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਰ ਲੱਗੇ ਹੋਏ ਸਨ, ਇੱਕ ਇੱਕ ਦੋ ਦੋ ਟਕਾ, ਤੇ ਬੀਬੀਆਂ ਨੂੰ ਮਨੂ ਦੀ ਜੇਲ੍ਹ ਦੇ ਅੰਦਰ ਕੈਦ ਕੀਤਾ ਗਿਆ। ਤੇ ਕਿਸੇ ਵੇਲੇ ਇਹ ਅਰਦਾਸ ਦਾ ਅੰਗ ਸੀ, ਅਰਦਾਸ ਦਾ ਹਿੱਸਾ ਸੀ ਕਿ ਅਰਦਾਸ ਦੇ ਅੰਦਰ ਇਹ ਬਚਨ ਪੜ੍ਹੇ ਜਾਂਦੇ ਸਨ ਕਿ ਜਿਨ੍ਹਾਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਔਰ ਨਾਲ ਹੀ ਗਲੇ ਦੇ ਵਿੱਚ ਬੱਚਿਆਂ ਦੇ ਟੋਟੇ ਕਰਕੇ ਹਾਰ ਪਵਾਏ। ਇਹ ਅਰਦਾਸ ਦਾ ਹਿੱਸਾ ਸੀ। ਮਨੂ ਦੀ ਜੇਲ੍ਹ ਦੇ ਵਿੱਚ ਬੀਬੀਆਂ ਸਵਾ ਸਵਾ ਮਣ ਦਾ ਪੀਸਣਾ ਪੀਸਿਆ ਕਰਦੀਆਂ, ਚੱਕੀ ਪਿਆ ਕਰਦੀਆਂ ਸਨ, ਤੇ ਜੇ ਨਾ ਪੀ ਸਕਣ ਤੇ ਉਹ ਭਾਰ ਉਹਨਾਂ ਦੇ ਉੱਪਰ ਪਾਇਆ ਜਾਂਦਾ ਸੀ, ਉੱਪਰ ਰੱਖਿਆ ਜਾਂਦਾ ਸੀ। ਤੇ ਇੱਥੋਂ ਤੱਕ ਕਿ ਮੀਰ ਮਨੂ ਨੇ ਇਹ ਕਹਿਣਾ ਕਿ ਤੁਸੀਂ ਸਿੱਖੀ ਤੇ ਆਖਦੇ ਹੋ ਤੇ ਤੁਹਾਡੇ ਉੱਪਰ ਇਹ ਤਸੀਹੇ ਨਹੀਂ ਕੀਤੇ ਜਾਣਗੇ, ਪਰ ਨਮਸਕਾਰ ਹੈ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਜਿਨ੍ਹਾਂ ਨੇ ਸਵਾ ਸਵਾ ਮਣ ਦੇ ਪੀਸਣੇ ਪੀਸਣੇ ਔਰ ਖੰਨੀ ਖੰਨੀ ਰੋਟੀ ਦੇ ਉੱਪਰ ਗੁਜ਼ਾਰਾ ਕਰਨਾ। ਖੰਨੀ ਤੋਂ ਭਾਵਦਾ ਅੱਧੀ ਰੋਟੀ, ਸਾਰੇ ਦਿਨ ਦੇ ਵਿੱਚ ਅੱਧੀ ਰੋਟੀ ਦਾ ਟੁਕੜਾ ਉਹਨਾਂ ਨੂੰ ਦੇਣਾ। ਪਰ ਜਦੋਂ ਸੰਧਿਆ ਵੇਲੇ ਦਾ, ਸ਼ਾਮ ਵੇਲੇ ਦਾ ਵੇਲਾ ਹੋਣਾ ਨਾ, ਉਹਨਾਂ ਨੇ ਨਿਤਨੇਮ ਕਰਕੇ ਇਹ ਅਰਦਾਸ ਕਰਨੀ ਕਿ ਦਾਤਾ 4 ਪਹਿਰ ਦਿਨ ਤੇਰੇ ਹੁਕਮ ਦੇ ਸੁੱਖ ਦੇ ਨਾਲ ਬਤੀਤ ਹੋਇਆ, 4 ਪਹਿਰ ਰਹਿਣ ਆਈ ਹੈ ਤੇਰੇ ਹੁਕਮ ਦੇ ਅੰਦਰ ਬਤੀਤ ਹੋਏ। ਇਹ ਹੈ ਆਖਾਂ ਜੀਵਾਂ ਵਿਸਰੇ ਮਰ ਜਾਉ। ਮੀਰ ਮਨੂ ਨੂੰ ਉਹਨੇ ਸਿਪਾਹੀ ਇਹ ਖਬਰ ਦਿੰਦੇ ਨੇ ਕਿ ਉਹ ਸਿੱਖ ਸਿੰਘਣੀਆਂ ਕਦੇ ਡੋਲਦੇ ਨਹੀਂ ਹੋਤੇ, ਉਹ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਕੇ ਸਵਾ ਸਵਾ ਮਣ ਆਟਾ ਪੀਸ ਕੇ ਵੀ ਮਾਲਕ ਦਾ ਸ਼ੁਕਰ ਕਰਦੇ ਨੇ। ਤੇ ਇਤਿਹਾਸ ਤੇ ਇਹ ਗੱਲ ਦਰਜ ਹੈ ਕਿ ਮੀਰ ਮਨੂ ਨੇ ਫਿਰ ਇੱਕ ਬੀਬੀ ਜਿਹਦਾ ਨਾਮ ਬੀਬੀ ਸੁਭਾਗ ਕੌਰ ਹੈ, ਉਹਦੀ ਗੋਦ ਦੇ ਵਿੱਚ 1.25 ਸਾਲ ਦਾ ਬੱਚਾ ਹੈ, 1.25 ਸਾਲ ਦਾ। ਆਖਣ ਲੱਗਾ, ਬੀਬੀ ਸੁਭਾਗ ਕੌਰੇ, ਜੇ ਤੂੰ ਸਿੱਖੀ ਨਹੀਂ ਤਿਆਗੇਂਗੀ ਤੇਰੇ ਬੱਚੇ ਨੂੰ ਤੇਰੇ ਸਾਹਮਣੇ ਅੱਖਾਂ ਦੇ ਸਾਹਮਣੇ ਕਤਲ ਕਰ ਦਿੱਤਾ ਜਾਏਗਾ। ਉਹ ਬੀਬੀ ਜਦੋਂ ਨਹੀਂ ਮੰਨੀ, ਉਸ ਛੋਟੇ ਜਿਹੇ ਬੱਚੇ ਨੂੰ 1.25 ਸਾਲ ਦੇ ਬੱਚੇ ਨੂੰ ਗੋਦ ਦੇ ਚੁੱਕੇ ਉੱਪਰ ਉਛਾਲਿਆ ਗਿਆ, ਥੱਲੇ ਨੇਜਾ ਰੱਖਿਆ ਗਿਆ ਤੇ ਉਸ ਬੱਚੇ ਨੂੰ ਨੇਜੇ ਦੇ ਵਿੱਚ ਪਰੋ ਦਿੱਤਾ ਗਿਆ। ਤੇ ਮੀਰ ਮਨੂ ਆਖਦਾ ਕਿ ਦੇਖਿਆ ਤੇਰੇ ਨਾਲ ਕੀ ਹੋਇਆ? ਉਹ ਆਖਣ ਲੱਗੀ, ਇਹ ਇੱਕ ਬੱਚਾ ਕੀ ਜੇ ਹਜ਼ਾਰਾਂ ਬੱਚੇ ਕੁਰਬਾਨ ਕਰਨੇ ਪੈਣ ਤਾਂ ਵੀ ਮੈਂ ਸਿੱਖੀ ਤੋਂ ਹਜ਼ਾਰਾਂ ਬੱਚੇ ਕੁਰਬਾਨ ਕਰ ਸਕਦੀ ਹਾਂ। ਤੇ ਮੁਖ ਤੋਂ ਇਹ ਬਚਨ ਪੜ੍ਹਨ ਲੱਗੀ ਕਿ ਇਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ। ਸ਼ਾਮ ਵੇਲੇ ਦਾ ਜਦੋਂ ਵੇਲਾ ਹੋਇਆ ਤੇ ਫਿਰ ਉਹਨਾਂ ਸਿੰਘਾਂ ਸਿੰਘਣੀਆਂ ਨੇ, ਉਹਨਾਂ ਬੀਬੀਆਂ ਨੇ ਇਕੱਠੀਆਂ ਹੋ ਕੇ ਨਿਤਨੇਮ ਦਾ ਪਾਠ ਕੀਤਾ ਤੇ ਫਿਰ ਅਰਦਾਸ ਕੀਤੀ, ਦਾਤਾ ਤੇਰੇ ਹੁਕਮ ਦੇ ਅੰਦਰ 4 ਪਹਿਰ ਦਿਨ ਸੁੱਖ ਨਾ ਬਤੀਤ ਹੋਇਆ, 4 ਪਹਿਰ ਰਹਿਣ ਆਈ ਹੈ, ਹੁਕਮ ਰਜ਼ਾ ਦੇ ਅੰਦਰ ਸੁੱਖਾਂ ਨਾ ਬਤੀਤ ਹੋਏ। ਇਸੇ ਲੜੀ ਦੇ ਵਿੱਚ ਬੀਬੀ ਲੱਛੀ ਹੈ, ਪਰ ਜਵਾਨੀ ਦੀ ਉਮਰ ਹੈ, ਗੋਦ ਦੇ ਵਿੱਚ ਬੱਚਾ ਹੈ, ਪਰ ਰੱਬ ਨੇ ਬੜੀ ਸੁੰਦਰਤਾ ਬਖਸ਼ਿਸ਼ ਕੀਤੀ ਹੈ, ਸੁਹੱਪਣ ਹੈ। ਇਤਿਹਾਸਕਾਰ ਲਿਖਦੇ ਨੇ ਕਿ ਕਾਜ਼ੀ ਦਾ ਮਨ ਡੋਲ ਗਿਆ ਤੇ ਕਾਜ਼ੀ ਉਸ ਬੀਬੀ ਲੱਛੀ ਨੂੰ ਆਖਦਾ ਹੈ ਕਿ ਜੇ ਤੂੰ ਮੇਰੇ ਨਾਲ ਨਿਕਾਹ ਕਰਵਾ ਲੈ, ਮੇਰੇ ਨਾਲ ਵਿਆਹ ਕਰਵਾ ਲੈ, ਤੈਨੂੰ ਮੈਂ ਬਖਸ਼ ਦਿਆਂਗਾ। ਤੇਰੀ ਗੋਦ ਦੇ ਤਕਰੀਬਨ ਸਾਲ ਦਾ ਬੱਚਾ ਹੈ, ਮੈਂ ਇਸ ਨੂੰ ਵੀ ਬਖਸ਼ ਦਿਆਂਗਾ। ਉਹਨੇ ਵੀ ਮੁੰਡੀ ਮਾਰ ਦਿੱਤੀ, ਕਹਿਣ ਲੱਗੇ ਨਹੀਂ, ਇਹ ਨਹੀਂ ਹੋ ਸਕਦਾ। ਕਿਤਨੇ ਤਸੀਹੇ ਉਹਨਾਂ ਨੇ ਸਹਾਰੇ ਹੋਣਗੇ, ਤੁਸੀਂ ਮਨ ਦੇ ਇਮੇਜਨ ਕਰਕੇ ਦੇਖਣਾ, ਪਰ ਸਿੱਖੀ ਤੋਂ ਡੋਲੇ ਨਹੀਂ। ਗੋਦ ਦੇ ਚੋਂ ਬੱਚਾ ਚੁੱਕਿਆ, ਉਹਨੂੰ ਪੁੱਠਾ ਪੈਰਾਂ ਦੇ ਭਾਰ ਪਕੜ ਕੇ ਗਰਦਨ ਤੋਂ ਲੈ ਕੇ ਪੇਟ ਤੱਕ ਉਸ ਬੱਚੇ ਨੂੰ ਛੁਰੀ ਦੇ ਨਾਲ ਚੀਰ ਦਿੱਤਾ ਗਿਆ। ਲਹੂ ਉਹ ਜਿਹੜਾ ਹੈ ਉਹਦੇ ਸਿਰ ਦੇ ਤੋਂ ਜਾ ਰਿਹਾ ਹੈ। ਅਜੇ ਫਿਰ ਆਖਿਆ ਕਿ ਅਜੇ ਵੀ ਤੂੰ ਆਖੇ ਤੇ ਇਹ ਬੱਚਾ ਬਚ ਸਕਦਾ ਹੈ, ਤੇਰੀ ਬੰਦ ਖਲਾਸੀ ਹੋ ਸਕਦੀ ਹੈ। ਉਹ ਬੀਬੀ ਲੱਛੀ ਨੇ ਮਨਾ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਬੱਚੇ ਦੇ ਜੋ ਸਾਲ ਦਾ ਬੱਚਾ ਹੈ ਪ੍ਰਾਣ ਤਿਆਗ ਦਿੱਤੇ। ਸਾਧ ਸੰਗਤ ਉਸ ਵੇਲੇ ਬੱਚਾ ਵੀਰ ਹੋਇਆ,
ਮਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵੀ ਆਏ ਹੋਣਗੇ, ਪਰ ਸਿੱਖੀ ਤੂੰ ਡੋਲੇ ਨਹੀਂ। ਕਾਜ਼ੀ ਆਖਣ ਲੱਗਾ, ਤੈਨੂੰ ਆਪਣੇ ਸੁਹਪਣ ਦਾ ਬੜਾ ਮਾਣ ਹੈ ਨਾ। ਪੁੱਠਿਆਂ ਲਟਕਾ ਕੇ ਕੋੜੇ ਮਾਰੇ ਗਏ ਸਰੀਰ ਦੇ ਉੱਪਰ, ਤੇ ਸ਼ਾਮ ਨੂੰ ਜਦੋਂ ਰੱਸੀ ਖੋਲ੍ਹੀ ਗਈ ਜ਼ਮੀਨ ਦੇ ਉੱਪਰ ਡਿੱਗੀ। ਇਤਨੀ ਹਾਲਤ ਨਹੀਂ ਹੈ ਕਿ ਉੱਠ ਕੇ ਅੱਜ ਨਿਤਨੇਮ ਕਰ ਸਕਾਂ। ਜਿਸ ਹਾਲਤ ਦੀ ਸੀ, ਦੀਵਾਰ ਦੇ ਨਾਲ ਆਪਣੇ ਆਪ ਨੂੰ ਲਗਾ ਕੇ ਫਿਰ ਬਾਣੀ ਦਾ ਪਾਠ ਕੀਤਾ, ਔਰ ਬਾਣੀ ਦਾ ਪਾਠ ਕਰਕੇ ਫਿਰ ਮਾਲਕ ਦੇ ਚਰਨਾਂ ਦੇ ਅਰਦਾਸ ਕੀਤੀ, ਦਾਤਾ ਤੇਰੇ ਹੁਕਮ ਦੇ ਅੰਦਰ ਸੁੱਖ ਨਾ ਦੇ ਨਾਲ ਦਿਨ ਬਤੀਤ ਹੋਇਆ, ਰਹਿਣ ਆਈ ਹੈ, ਹੁਕਮ ਦੇ ਅੰਦਰ ਬਤੀਤ ਹੋਏ। ਇਹ ਹੈ ਆਖਾਂ ਜੀਵਾਂ ਵਿਸਰੈ ਮਰ ਜਾਉ। ਕਿ ਕੋਈ ਵੀ ਹਾਲਾਤ ਹੋਣ, ਸਿੱਖ ਜਿਗਿਆਸੂ ਮਾਲਕ ਦੇ ਚਰਨਾਂ ਦੇ ਨਾਲੋਂ ਟੁੱਟੇ ਨਾ। ਕਿਉਂਕਿ ਸਾਨੂੰ ਤੇ ਕੋਈ ਦਾਤ ਪ੍ਰਾਪਤ ਹੋ ਜਾਏ, ਮਾਲਕ ਭੁੱਲ ਜਾਂਦਾ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ। ਪਰ ਉਹ ਧਨ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਕਿਸੇ ਵੀ ਹਾਲਾਤਾਂ ਦੇ ਵਿੱਚ ਨਹੀਂ ਵਿਸਰਦਾ। ਗੁਰਦੇਵ ਆਖਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਨੂੰ ਆਖਣਾ ਔਖਾ ਲੱਗਦਾ ਹੈ, ਮਾਲਕ ਦੀ ਸਿਫਤ ਸਲਾਹ ਕਰਨੀ ਔਖੀ ਲੱਗਦੀ ਹੈ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਮਿੱਥੇ ਹੋਏ ਕਰਮ ਕਾਂਡ ਸੰਸਾਰ ਦੇ ਵਿੱਚ ਮਨੁੱਖ ਬਹੁਤੇ ਕਰ ਲੈਂਦਾ ਹੈ, ਪਰ ਜਦੋਂ ਮਾਲਕ ਦੀ ਬਾਣੀ ਦੀ ਗੱਲ ਆਉਂਦੀ ਹੈ ਨਾ, ਤੇ ਮਨੁੱਖ ਹੋਰ ਕੰਮਾਂ ਵਿੱਚ ਲੱਗ ਜਾਂਦਾ ਹੈ, ਪਰਮਾਤਮਾ ਦਾ ਨਾਮ ਵੱਲੋਂ ਅਵੇਸਲਾ ਹੋ ਜਾਂਦਾ ਹੈ। ਸਾਧ ਸੰਗਤ, ਦੁਨਿਆਵੀ ਕਾਰਜਾਂ ਲਈ ਮਨੁੱਖ ਬੜਾ ਸੁਚੇਤ ਹੈ। ਕੋਈ ਕਾਰੋਬਾਰ ਕਰਨਾ ਹੋਏ ਨਾ, ਮਨੁੱਖ ਦੇ ਜ਼ਿਹਨ ਦੇ ਅੰਦਰ ਇਹ ਗੱਲ ਟਿਕੀ ਰਹਿੰਦੀ ਹੈ ਵੀ ਕੱਲ੍ਹ ਦੇ ਦਿਨ ਮੈਂ ਇਹ ਕਾਰਜ ਕਰਨਾ ਹੈ। ਕਿਸੇ ਕਾਰੋਬਾਰ ਲਈ ਜਾਣਾ ਹੈ, ਮਨੁੱਖ ਬੜਾ ਸੁਚੇਤ ਹੈ। ਆਪਣੀ ਦੁਕਾਨ ਹੱਟ ਚਲਾਣੀ ਹੈ, ਉਹਨਾਂ ਕੰਮਾਂ ਵੱਲ ਬੜਾ ਸੁਚੇਤ ਹੈ। ਇੱਥੋਂ ਤੱਕ ਕਿ ਬੱਚਿਆਂ ਨੂੰ ਸਕੂਲ ਭੇਜਣਾ ਹੈ, ਉਹਨਾਂ ਦੀ ਐਜੂਕੇਸ਼ਨ ਹੈ, ਚੰਗੀ ਗੱਲ ਹੈ, ਸੁਚੇਤ ਹੋਣਾ ਚਾਹੀਦਾ। ਪਰ ਇਹਨਾਂ ਕੰਮਾਂ ਲਈ ਮਨੁੱਖ ਬੜਾ ਸੁਚੇਤ ਹੈ। ਕਈ ਵਾਰ ਰਾਤ ਪਾਰਟੀਆਂ ਚਲਦੀਆਂ ਨੇ, ਮਨੁੱਖ ਉੱਥੇ ਜਾ ਕੇ ਪਾਰਟੀ ਜੁਆਇਨ ਕਰ ਲੈਂਦਾ ਹੈ। ਪਰ ਜਦੋਂ ਪਰਮਾਤਮਾ ਦੇ ਨਾਮ ਦੀ ਗੱਲ ਆਉਂਦੀ ਹੈ ਨਾ, ਤੇ ਗੁਰਦੇਵ ਆਖਦੇ ਨੇ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਸੋਇਆ। ਉਸ ਮਾਲਕ ਨੂੰ ਯਾਦ ਕਰ ਕਿ ਜੇਵੜ ਆਪ ਤੇਵੜ ਤੇਰੀ ਦਾਤ। ਜਿਤਨਾ ਮਾਲਕ ਉਹ ਆਪ ਵੱਡਾ ਹੈ, ਉਹ ਆਪ ਜੀਵਾਂ ਦੀ ਝੋਲੀ ਦੇ ਉਹ ਦਾਤਾਂ ਵੀ ਮਾਲਕ ਵੱਡੀਆਂ ਪਾਉਂਦਾ ਹੈ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਜਿਸ ਮਾਲਕ ਨੇ ਦਿਨ ਬਣਾਏ, ਰਾਤਾਂ ਬਣਾਈਆਂ ਸਾਡੀ ਸਹੂਲਤ ਲਈ। ਜੇ ਕੇਵਲ ਦਿਨ ਹੀ ਹੁੰਦਾ, ਰਾਤ ਨਾ ਹੁੰਦੀ। ਜੇ ਕੇਵਲ ਰਾਤ ਹੀ ਹੁੰਦੀ, ਦਿਨ ਨਾ ਹੁੰਦਾ। ਹੁਣ ਸਾਧ ਸੰਗਤ, ਗਰਮੀਆਂ ਨੇ, ਸਰਦੀਆਂ ਨੇ, ਇਹ ਰੁੱਤਾਂ ਬਣਾਈਆਂ ਨੇ। ਕਈ ਐਸੀਆਂ ਚੀਜ਼ਾਂ ਨੇ ਜੋ ਸਰਦੀਆਂ ਦੇ ਦਿਨਾਂ 'ਤੇ ਬਣਦੀਆਂ ਨੇ, ਕਈ ਐਸੀਆਂ ਵਸਤੂਆਂ ਨੇ ਜੋ ਗਰਮੀਆਂ ਦੇ ਅੰਦਰ ਫਲ ਆਦਿਕ ਬਣਦੇ ਨੇ, ਸਬਜ਼ੀਆਂ ਬਣਦੀਆਂ ਨੇ। ਸਤਿਗੁਰ ਆਖਦੇ ਨੇ ਕਿ ਜਿਨ ਦਿਨ ਕਰਕੇ ਕੀਤੀ ਰਾਤ। ਇਤਨੇ ਸਹੂਲਤਾਂ, ਇਤਨੇ ਸੁੱਖ ਦੇਣ ਦੇ ਬਾਵਜੂਦ ਵੀ ਖਸਮ ਵਿਸਾਰੈ। ਮਾਲਕ ਨੂੰ, ਖਸਮ ਨੂੰ ਵਿਸਾਰ ਦਿੰਦੇ ਨੇ। ਤੇ ਕਮਜ਼ਾਤ, ਗੁਰਦੇਵ ਆਖਦੇ ਨੇ ਕਿ ਉਹ ਨੀਵੀਂ ਜਾਤ ਵਾਲੇ ਨੇ, ਉਹ ਨੀਵੇਂ ਪੱਧਰ ਦੇ ਉੱਪਰ ਰਹਿਣ ਵਾਲੇ ਜੀਵ ਨੇ। ਨਾਨਕ ਨਾਵੇਂ ਬਾਜ ਸਨਾਤ, ਹੈ ਨਾਨਕ ਨਾਮ ਤੋਂ ਵਾਂਝੇ, ਨਾਮ ਤੋਂ ਟੁੱਟੇ ਹੋਏ ਉਹ ਜੀਵ। ਬਾਜ ਸਨਾਤ, ਸਤਿਗੁਰ ਆਖਦੇ ਨੇ ਕਿ ਨੀਵੇਂ ਕੁਲ ਦੇ ਜਨਮ ਲੈਣ ਵਾਲੇ ਨੇ। ਇੱਥੇ ਨੀਵੇਂ ਕੁਲ ਤੋਂ ਭਾਵ ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਨੀਵੇਂ ਕੁਲ ਵਾਲੇ ਨੇ। ਸੋ ਗੁਰਦੇਵ ਨੇ ਅੱਜ ਤਰਸ ਕੀਤਾ। ਮਹਾਰਾਜ ਆਖਦੇ ਨੇ ਕਿ ਉਸ ਮਾਲਕ ਦੇ ਨਾਮ ਨੂੰ ਆਖ, ਤੇਰਾ ਇਹ ਜੀਵਨ ਬਣ ਜਾਏ ਕਿ ਆਖਾਂ ਜੀਵਾਂ ਵਿਸਰੈ ਮਰ ਜਾਉ।